ਇਹ ਨਹੀਂ 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 ਇਹ ਨਹੀਂ ਇਹ ਨਹੀਂ 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 ਇਹ ਨਹੀਂ, ਤੂੰ ਨਹੀਂ ਮਤਲਬ ਇਹ ਤਾਂ ਤਿੰਨ ਕਾਨੂੰਨ ਨੇ, ਸਿਰਫ ਤਿੰਨ ਨਾਮ ਕਹਿ ਰਿਹਾ ਮੈਂ, ਨਾਮ ਹੀ ਦੱਸ ਦਿਓ ਮੈਨੂੰ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ ਨਾਮਾਂ ਚੋਂ ਕਾਨੂੰਨਾਂ ਦੇ ਤੁਸੀਂ ਕੀ ਲੈਣਾ। ਕਈ ਵਾਰ ਹੋ ਸਕਦਾ ਮੈਨੂੰ ਇਹ ਵੀ ਨਾ ਪਤਾ ਹੋਵੇ ਧਾਰਾ ਇਹ ਨੰਬਰ ਦਾ ਕੀ ਹੈ, ਕਿਹਦੀ ਕੀ ਹੈ ਕੀ ਨਹੀਂ ਇਹਦਾ। ਕਨਸਟੀਟਿਊਸ਼ਨ ਹੋ ਗਿਆ। ਮੈਂ ਤਾਂ ਤੁਹਾਨੂੰ ਨਾਮ ਪੁੱਛਦਾ ਵਾਂ, ਜਦੋਂ ਮੇਰੀ ਗੱਲ ਸੁਣੋ, ਹੁਣ ਮੰਨ ਲਓ ਕੋਈ ਕਾਨੂੰਨ ਬਣ ਗਿਆ, ਮੈਂ ਉਹਦਾ ਮੰਨ ਲਓ ਜੇ ਪੱਖ ਲੈਣਾ ਹੋਊਗਾ ਤਾਂ ਮੈਨੂੰ ਪਤਾ ਹੋਊਗਾ ਵੀ ਹਾਂ ਆਹ ਚੀਜ਼ ਵਾ, ਮੈਨੂੰ ਪੁੱਛ ਸਕਦਾ ਕੋਈ ਵੀ, ਤਾਂ ਮੈਨੂੰ ਨਾਮ ਪਤਾ ਹੋਣ ਵੀ ਐਸੈਂਸ਼ੀਅਲ ਕਮੋਡਿਟੀ ਐਕਟ ਕਿਹੜਾ ਵਾ, ਦੂਸਰਾ ਕਿਹੜਾ ਵਾ। भारत तेरे टुकड़े होंगे, जीवे जीवे पाकिस्तान, खालिस्तान जिंदाबाद। ਜਿਵੇਂ ਪਾਕਿਸਤਾਨ ਵਾਲੇ ਕਿੱਥੇ ਤੁਸੀਂ ਨਾਰਾ ਸੁਣ ਲਿਆ ਜੀ, ਮੈਂ ਤਾਂ ਕੋਈ ਇਦਾਂ ਦੀ ਵੀਡੀਓ ਸਾਡੇ ਕੋਲ ਤਾਂ ਨਜ਼ਰ ਨਹੀਂ ਆਈ। नहीं ये ना लंबियां गल्लां है, बहुत लंबे सिस्टम है, पढ़ के सारा दसां तो बहुत टाइम चाहिए। ਪੜ੍ਹਨ ਦੀ ਗੱਲ ਨਹੀਂ, ਤੁਸੀਂ ਮੇਰੀ ਗੱਲ ਤਾਂ ਸੁਣੋ, ਤੁਸੀਂ ਗੁੱਸਾ ਨਾ ਕਰੋ, ਮੇਰੀ ਗੱਲ ਸੁਣੋ ਵੀ ਤੁਸੀਂ ਤਿੰਨ ਕਾਨੂੰਨਾਂ ਦੀ ਹੱਕ ਦੇ ਵਿੱਚੋਂ, ਤਾਂ ਬੀਜੇਪੀ ਸਾਰੇ ਹੱਕ ਵਿੱਚ ਆ, ਤੁਹਾਨੂੰ ਪਤਾ ਤਾਂ ਹੋਊਗਾ ਵੀ ਤਿੰਨ ਕਿਹੜੇ ਕਾਨੂੰਨ ਨੇ ਇਹ। देश का संविधान बहुत ਵੱਡਾ ਹੈ, ਪਹਿਲੀ ਗੱਲ ਤਾਂ ਜੇ ਤੁਸੀਂ ਮੈਨੂੰ ਬਹਿ ਕੇ ਕਹੋਗੇ ਨਾ ਵੀ ਦੇਸ਼ ਦਾ ਸੰਵਿਧਾਨ ਤੈਨੂੰ ਪਤਾ ਸਾਰਾ, ਨਹੀਂ ਪਤਾ। ਉਹ ਤਾਂ ਐਲੀਫੈਂਟ ਸਾਈਜ਼ ਹੋ ਗਿਆ ਨਾ ਆਪਣਾ, ਬਹੁਤ ਵੱਡਾ ਹੋ ਗਿਆ ਉਹ। ਕਿੰਨੇ ਪੰਨੇ ਹੈ ਇਹਦੇ ਵੀ, ਕਿੰਨੇ ਪੰਨੇ। ਨਾਮ ਹੀ ਦੱਸ ਦਿਓ ਮੈਨੂੰ, ਸਿਰਫ ਨੇਮ ਵੀ ਕਿਹੜਾ ਐਕਟ ਕਿਹੜਾ ਵਾ। ਨਹੀਂ ਕਰਨੀ, ਦੇਖੋ ਇਦਾਂ ਦੀਆਂ ਗੱਲਾਂ ਨਹੀਂ ਕਰਨੀ। ਇਦਾਂ ਦੀਆਂ ਗੱਲਾਂ ਤਾਂ ਜਿਹੜੇ ਤੁਸੀਂ ਲੱਖਾਂ ਬੈਠੇ ਆ ਨਾ ਉੱਥੇ, ਮੈਂ ਤਾਂ ਦੱਸ ਦੂੰਗਾ, ਲੇਕਿਨ ਜਿੱਦਾਂ ਤਾਂ ਇਦਾਂ ਦੇ ਉੱਥੇ ਲੱਖਾਂ ਬੈਠੇ ਆ, ਲੱਖਾਂ ਜੋ ਅਗਰ 10 ਲੱਖ ਬੰਦਾ, ਉਹਨਾਂ ਨੂੰ ਤਾਂ ਕਹਿੰਦੇ ਨੇ ਅਨਪੜ੍ਹ ਨੇ, ਬੀਜੇਪੀ ਵਾਲੇ ਹੀ ਉਹਨਾਂ ਨੂੰ ਕਹਿੰਦੇ ਨੇ ਵੀ ਅਨਪੜ੍ਹ ਨੇ, ਫਿਰ ਉਹਨਾਂ ਨੂੰ ਕੀ ਪਤਾ ਹੋਊਗਾ, ਦੱਸੋ ਪਹਿਲਾਂ ਮੈਨੂੰ। ਤੁਸੀਂ ਪਲੀਜ਼ ਮੇਰੇ ਇੱਕ ਗੱਲ ਮੰਨੋ, ਤੁਸੀਂ ਮੈਨੂੰ ਸਿਰਫ ਤਿੰਨ ਨਾਮ ਦੱਸ ਦਿਓ ਕਿਹੜੇ ਨੇ, ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੁਸੀਂ ਮੇਰੇ ਨਾਲ ਇਸ ਬਹਿਸ 'ਚ ਨਾ ਪਾਓ। ਦੇਖੋ ਤੁਸੀਂ ਜੋ ਕੁਝ ਇਹ ਜਿਹੜੀ ਸਿਸਟਮ ਹੈ ਨਾ, ਜਿਹੜੇ ਆਪਣੇ ਇਹਦੇ ਨਾਲ ਵਾਤਾਵਰਨ ਵਿਗੜਦਾ। ਆਪਣੇ ਇੰਡੀਆ ਦੇ ਪ੍ਰਧਾਨ ਮੰਤਰੀ ਨੇ, ਅਸੀਂ ਵੀ ਪ੍ਰਧਾਨ ਮੰਤਰੀ ਮਤਲਬ ਉਹਨਾਂ ਨੂੰ ਬਣਾਉਣਾ ਚਾਹੀਦਾ ਵਾਤਾਵਰਨ। ਤਾਂ ਸੁਣ ਲਓ, ਵਾਤਾਵਰਨ ਇੱਕ ਪਾਸੇ ਬੰਦ ਹੁੰਦਾ ਕਿ ਦੋਨੋਂ ਪਾਸੇ ਬੰਦ ਹੁੰਦਾ। ਕਿਸਾਨ ਕਹਿੰਦੇ ਸੀ ਹਾਂ ਗੱਲ ਕਰਨ ਨੂੰ ਤਿਆਰ ਆ, ਪ੍ਰਧਾਨ ਮੰਤਰੀ ਸਾਡੇ ਨਾਲ ਗੱਲ ਕਰਨ ਤਾਂ ਸੀ ਇੱਕ ਵਾਰ। ਇਹ ਕਹਿਣ ਔਰ ਕਰਨ 'ਚ ਬੜਾ ਫਰਕ ਹੁੰਦਾ। ਪ੍ਰਧਾਨ ਮੰਤਰੀ ਸਹਿਯੋਗ, ਕਿਸਾਨ ਸਹਿਯੋਗ ਨਿਧੀ ਦੀ ਯੋਜਨਾ ਰੱਖਦੇ ਆ ਪ੍ਰਧਾਨ ਮੰਤਰੀ ਜੀ, ਕਿਸਾਨ ਕ੍ਰੈਡਿਟ ਕਾਰਡ ਦੀ ਯੋਜਨਾ ਰੱਖਦੇ ਆ ਪ੍ਰਧਾਨ ਮੰਤਰੀ ਜੀ, ਸੌਲ ਕਾਰਡ ਦੀ ਪ੍ਰਯੋਜਨਾ ਬਣਾਉਂਦੇ ਆ ਪ੍ਰਧਾਨ ਮੰਤਰੀ ਜੀ, ਕਿਸਾਨ ਬੀਮਾ ਯੋਜਨਾ ਬਣਾਉਂਦੇ ਆ ਪ੍ਰਧਾਨ ਮੰਤਰੀ ਜੀ। ਜੇ ਉਸ ਦੇ ਬਾਵਜੂਦ ਵੀ ਇਸ ਪ੍ਰਧਾਨ ਮੰਤਰੀ 'ਤੇ ਯਕੀਨ ਹੈ ਨਹੀਂ ਤਾਂ ਫਿਰ ਭਾਈ ਤੁਸੀਂ ਆਪ ਹੀ ਸਮਝੋ। ਕਹਿੰਦੇ ਵੀ ਜਿਹੜੀਆਂ ਯੋਜਨਾ ਚਲਾਈਆਂ ਗਈਆਂ ਨੇ, ਇਹ ਯੋਜਨਾ ਪਹਿਲਾਂ ਵੀ ਚੱਲਦੀਆਂ ਪਈਆਂ ਸੀ, ਬਸ ਨਾਮ ਚੇਂਜ ਕਰਤੇ ਇਹਨਾਂ ਦੇ। ਤਾਂ ਸਿਰ ਇਹ ਯੋਜਨਾ ਪਹਿਲਾਂ ਵੀ ਚੱਲਦੀ, ਗੈਸ ਵੀ ਪਹਿਲਾਂ ਮਿਲਦੀ ਸੀ, ਸਬਸਿਡੀ ਵੀ ਪਹਿਲਾਂ ਮਿਲਦੀ ਪਈ ਸੀਗੀ, ਤੇ ਕਿਸਾਨਾਂ ਨੂੰ ਵੀ ਪਹਿਲਾਂ ਲਾਭ ਮਿਲਦਾ ਪਿਆ ਸੀ, ਵੀ ਹੁਣ ਨਾਮ ਚੇਂਜ ਕਰਤੇ ਗਏ। ਇਹ ਗੱਲਾਂ ਕਹਿ ਰਹੇ ਪਏ ਨੇ। ਪ੍ਰਧਾਨ ਮੰਤਰੀ ਆਪਣੀ ਮਨ ਕੀ ਬਾਤ ਕਰਦੇ ਨੇ, ਤਾਂ ਮਨ ਕੀ ਬਾਤ ਦੇ ਵਿੱਚ ਉਹਨਾਂ ਨੇ ਹਮੇਸ਼ਾ ਚਾਹੇ ਕੋਈ ਮੁੱਦਾ ਹੋਵੇ ਤਾਂ ਵਿੱਚ ਉਹਨਾਂ ਨੇ ਕਿਸਾਨੀ ਮੁੱਦਾ ਲੈ ਕੇ ਉਹ ਗੱਲ ਕਹਿਣੀ ਆ ਵੀ ਇਹ ਬਹੁਤ ਵਧੀਆ ਨੇ। ਅਗਰ ਇਹ ਬਹੁਤ ਵਧੀਆ ਨੇ ਤਾਂ ਕਿਸਾਨ ਆਪਣੇ ਦਿੱਲੀ ਪਹੁੰਚੇ ਹੀ ਕਿਉਂ? ਤੁਸੀਂ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਦੇ ਕਿਸਾਨਾਂ ਨੂੰ ਆਪਣੇ ਪੱਖ ਵਿੱਚ ਲਿਆ ਕਿਉਂ ਨਹੀਂ ਫਿਰ? ਜਿਹੜੀ ਕਾਂਗਰਸ ਔਰ ਲੋਕ ਅੱਜ ਇਹ ਗੱਲਾਂ ਕਰਦੇ ਆ, ਉਹਨਾਂ ਦੇ ਪਾਰਲੀਮੈਂਟ ਦੇ ਭਾਸ਼ਣ ਹੈ, ਔਰ ਉਹ ਲੋਕ ਅੱਜ ਕੈਂਡਲ ਲਾਈਟ ਲੈ ਕੇ ਨਾਲ ਚੱਲਦੇ ਨੇ। ਜਵਾਬ ਦਿਓ ਉਹਨੇ ਨਾ, ਸਾਡੀ ਨੀਅਤ ਬੇਈਮਾਨ ਨਹੀਂ ਹੈ, ਨੀਅਤ ਉਹਨਾਂ ਦੀ ਬੇਈਮਾਨ ਹੈ। 20 ਸਾਲਾਂ ਤੋਂ ਜਿਹੜੇ ਕਾਨੂੰਨ ਬਣ ਰਹੇ ਸੀ, ਮਨਮੋਹਨ ਸਿੰਘ ਦੇ ਟਾਈਮ ਤੋਂ ਜਿਹੜੇ ਕਾਨੂੰਨ ਬਣ ਰਹੇ ਸੀ, ਲੇਕਿਨ ਇਸ ਦੇਸ਼ ਦੇ ਫਾਇਦੇ ਵਾਸਤੇ ਅਗਰ ਉਦੋਂ ਫਾਇਦੇਮੰਦ ਸੀਗੇ ਤਾਂ ਉਹਨਾਂ ਨੇ ਅੱਜ ਉਹ ਨੁਕਸਾਨ ਦੇ ਕਿੱਦਾਂ। ਅਸੀਂ ਜੋ ਉੱਚੋਂ ਕੱਢਣਾ, ਕਿਸਾਨ ਦੇ ਲਾਭ ਲਈ ਕੱਢਣਾ, ਉਹਦੇ 'ਚ ਕੀ ਅਮੈਂਡਮੈਂਟ ਹੋ ਸਕਦੀ ਅਸੀਂ ਉਹ ਕਰਨਾ। ਅਸੀਂ ਇਸ ਗੱਲ ਨੂੰ ਨਾ ਤਾਂ ਕਿਸਾਨ ਨੂੰ ਪੁੱਛਣਾ ਚਾਹੀਦਾ ਸਾਨੂੰ, ਵੀ ਕੁਝ ਪੱਤਰਕਾਰ ਉੱਤੇ ਖੜੇ ਕੇ ਪੁੱਛਦੇ, ਉਹ ਵੀ ਗਲਤ ਹੈ। ਮੈਂ ਤਾਂ ਨਹੀਂ ਗੱਲ ਮੂੰਹ ਦੇ ਮੂਹਰੇ ਕਰ ਦੇਣਾ, ਹਾਂ ਕਿਸਾਨਾਂ ਨੂੰ ਮੂੰਹ ਦੇ ਮੂਹਰੇ ਕਰ ਦੇਣਾ, ਦੱਸ ਇਹਦਾ ਮਤਲਬ ਕੀ ਹੈ? ਇਟ ਇਜ਼ ਨਾਟ ਫੇਅਰ। ਦੋ ਧੜੇ ਬਣ ਚੁੱਕੇ ਨੇ ਬੀਜੇਪੀ ਦੇ ਹੀ, ਜਿਹੜੇ ਬਹੁਤ ਸਾਰੇ ਆਗੂ ਸੀ ਜਿਨ੍ਹਾਂ ਨੇ ਕਿਹਾ ਵੀ ਉੱਥੇ ਖਾਲਿਸਤਾਨੀ ਬੈਠੇ ਨੇ, ਇਹ ਕੀ ਗਈ ਸੀਗੀ ਉਹਨਾਂ ਦੇ ਵੱਲੋਂ। ਉੱਥੇ ਖਾਲਿਸਤਾਨ ਦੇ ਨਾਅਰੇ ਲੱਗਦੇ ਆ, ਜਿੰਦਾਬਾਦ, ਇਹਦਾ ਮਤਲਬ ਉੱਥੇ ਬੈਠੇ ਵੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਕਿਸਾਨਾਂ ਦੇ ਦੋ ਧੜੇ ਬਣ ਚੁੱਕੇ ਨੇ, ਇੱਕ ਧੜਾ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਬੋਲ ਰਿਹਾ ਹੈ ਤੇ ਇੱਕ ਧੜਾ ਖੇਤੀ ਕਾਨੂੰਨਾਂ ਦੇ ਖਿਲਾਫ ਬੋਲ ਰਿਹਾ ਹੈ। ਤੁਸੀਂ ਸਵੇਰੇ ਰਿਪੋਰਟ ਦੇਖੀ ਹੋਊਗੀ, ਨਰਿੰਦਰ ਤੋਮਰ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀਗਾ ਕਿ ਜਿਸ ਦੇ ਵਿੱਚ ਉਹਨਾਂ ਨੇ ਬੋਲਿਆ ਕਿ ਬਹੁਤ ਸਾਰੇ ਕਿਸਾਨ ਨੇ ਜੋ 3 ਲੱਖ ਤੋਂ ਵੱਧ ਦੀ ਗਿਣਤੀ ਆ, ਜੋ ਕਿਸਾਨਾਂ ਦੇ ਜਿਹੜੀ ਖੇਤੀ ਕਾਨੂੰਨ ਲਿਆਂਦੇ ਗਏ ਨੇ ਉਹਨਾਂ ਦੇ ਪੱਖ ਵਿੱਚ ਬੋਲ ਰਹੇ ਨੇ। ਲੇਕਿਨ ਬਹੁਤ ਸਾਰੇ ਕਿਸਾਨ ਨੇ ਜੋ ਜਿਨ੍ਹਾਂ ਦੀ ਗਿਣਤੀ ਬਹੁਤ ਲੱਖਾਂ ਦੇ ਵਿੱਚ ਹੈ, ਉਹ ਬੈਠੇ ਹੋਏ ਨੇ ਦਿੱਲੀ ਬਾਰਡਰ ਦੇ ਉੱਤੇ, ਲੇਕਿਨ ਕਿਸੇ ਤਰ੍ਹਾਂ ਦਾ ਕੋਈ ਸਿੱਟਾ ਸਾਹਮਣੇ ਨਜ਼ਰ ਨਹੀਂ ਆ ਰਿਹਾ। ਜੋ ਮੀਟਿੰਗਸ ਚੱਲ ਰਹੀਆਂ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਪੁਸ਼ਪਿੰਦਰ ਸਿੰਘਲਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪੁਸ਼ਪਿੰਦਰ ਜੀ, ਸਭ ਤੋਂ ਪਹਿਲਾਂ ਦੱਸੋ ਕਿ ਜਿਹੜੇ ਕਿਸਾਨ ਦੋ ਧੜੇ ਬਣ ਚੁੱਕੇ ਨੇ, ਇੱਕ ਹੱਕ ਦੇ ਵਿੱਚ ਬੋਲ ਰਹੇ ਨੇ, ਇੱਕ ਉਹਨਾਂ ਖਿਲਾਫ ਬੋਲ ਰਹੇ ਨੇ ਖੇਤੀ ਕਾਨੂੰਨਾਂ ਦੇ, ਜਿਹੜੇ ਹੱਕ ਦੇ ਵਿੱਚ ਬੋਲ ਰਹੇ ਉਹ ਕਿਹੜੇ ਕਿਸਾਨ ਨੇ? ਨਮਸਕਾਰ। ਐਸਾ ਹੈ ਕਿ ਕਿਸਾਨ ਹੁੰਦਾ, ਕਿਸਾਨ ਦੋ ਤਰ੍ਹਾਂ ਦਾ ਕਦੇ ਨਹੀਂ ਹੁੰਦਾ। ਕਿਸਾਨ ਇਸ ਧਰਤੀ ਦਾ ਧਰਤੀ ਪੁੱਤਰ ਹੈ, ਅੰਨਦਾਤਾ ਹੈ। ਉਹ ਦੇਸ਼ ਦੇ ਖਿਲਾਫ ਵੱਟ ਕੇ ਦੋ ਤਰ੍ਹਾਂ ਦੀ ਗੱਲ ਕਰ ਹੀ ਨਹੀਂ ਸਕਦਾ, ਚਾਹੇ ਜਿੰਨਾ ਮਰਜ਼ੀ ਮਨ 'ਚ ਉਹਦੇ ਰੋਸ਼ ਹੋਵੇ, ਜੋ ਵੀ ਹੋਵੇ।
ਇਸ ਕਰਕੇ ਇਸ ਗੱਲ ਨੂੰ ਕਹਿਣਾ ਕਿ ਕਿਸਾਨ ਦੋ ਧੜਿਆਂ 'ਚ ਵੰਡਿਆ ਗਿਆ, ਇਹ ਨਹੀਂ ਹੈ। ਇਹ ਠੀਕ ਹੈ ਕਿ ਕੁਛ ਲੋਕਾਂ ਨੂੰ ਇਹ ਕਾਨੂੰਨ ਵਧੀਆ ਲੱਗਦੇ ਆ ਤਾਂ ਉਹਦੇ ਹੱਕ 'ਚ ਆਪਣੀ ਰਾਹ ਦਿੰਦੇ ਆ, ਔਰ ਕਾਨੂੰਨ ਹੈ ਵੀ ਵਧੀਆ, ਕਿਸਾਨ ਦੀ ਆਮਦਨੀ ਦੁੱਗਣੀ ਕਰਨ ਵਾਸਤੇ ਹੈ। ਔਰ ਕੁਛ ਲੋਕ ਕਮਿਊਨਿਸਟਾਂ ਦੇ, ਕਾਂਗਰਸੀਆਂ ਦੇ, ਅਰਬਨ ਨਕਸਲਾਈਟਾਂ ਦੇ, ਕਾਂਗਰਸ ਵਗੈਰਾ ਦੇ ਭੁਲੇਖੇ 'ਚ ਆ ਗਏ, ਭੁਲਾਵੇ 'ਚ ਆ ਗਏ। ਤਾਂ ਇਹ ਜਿਹੜੇ ਲੋਕ ਜਿਨ੍ਹਾਂ ਦਾ ਬਾਅਦ ਵਿੱਚ ਮੈਂ ਨਾਂ ਲਿੱਤਾ ਹੈ, ਇਹਨਾਂ ਨੂੰ ਕਿਸਾਨਾਂ ਦੇ ਨਾਲ ਕੋਈ ਵੀ ਹਮਦਰਦੀ ਨਹੀਂ ਹੈ। ਔਰ ਜੇ ਮੈਂ ਕਹਾਂ ਕਿ ਜਿੱਦਾਂ ਦੀ ਇਹਨਾਂ ਦੀਆਂ ਹਰਕਤਾਂ ਹੈ, ਇਹਨਾਂ ਨੂੰ ਦੇਸ਼ ਨਾਲ ਵੀ ਕੋਈ ਹਮਦਰਦੀ ਨਹੀਂ ਹੈ। ਕਿਆ ਤੁਸੀਂ ਇਸ ਗੱਲ ਨੂੰ ਮੰਨੋਗੇ ਕਿ ਸਾਡਾ ਕਿਸਾਨ ਆਪਣੇ ਅੰਦੋਲਨ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਗਵਾ ਸਕਦਾ? ਕੌਣ ਮੰਨੂਗਾ ਇਸ ਗੱਲ ਨੂੰ? ਉਹੀ ਗੱਲ ਤੁਹਾਨੂੰ ਕਹਿੰਦਾ ਨਾ ਵੀ ਤੁਸੀਂ ਮੈਂ ਇਹੀ ਤਾਂ ਹੀ ਗੱਲ ਪੁੱਛੀ ਵੀ ਦੋ ਧੜੇ ਬਣ ਚੁੱਕੇ ਨੇ। ਬੀਜੇਪੀ ਦੇ ਹੀ ਜਿਹੜੇ ਬਹੁਤ ਸਾਰੇ ਆਗੂ ਸੀ ਜਿਨ੍ਹਾਂ ਨੇ ਕਿਹਾ ਵੀ ਉੱਥੇ ਖਾਲਿਸਤਾਨੀ ਬੈਠੇ ਨੇ, ਇਹ ਕਹੀ ਗਈ ਸੀਗੀ ਉਹਨਾਂ ਦੇ ਵੱਲੋਂ। ਇਹ ਨਹੀਂ ਕਿਹਾ ਖਾਲਿਸਤਾਨੀ ਬੈਠੇ ਗਏ ਸੀ, ਜਿਹੜੀ ਗੱਲ ਮੈਂ ਕਹਿ ਰਿਹਾ ਪਤਾ ਨਹੀਂ। ਚਲੋ ਜਿਹਨੇ ਕਿਹਾ, ਜੇ ਉੱਥੇ ਖਾਲਿਸਤਾਨ ਦੇ ਨਾਅਰੇ ਲੱਗਦੇ ਆ ਜਿੰਦਾਬਾਦ, ਇਹਦਾ ਮਤਲਬ ਉੱਥੇ ਬੈਠੇ ਵੀ ਹੈ। ਤੁਸੀਂ ਮੇਰੀ ਭਾਵ ਸਮਝੋ। ਔਰ ਅੰਦੋਲਨ ਧੀਰੇ ਧੀਰੇ ਭਾਰਤ ਤੇਰੇ ਟੁਕੜੇ ਹੋंगे, जीवे जीवे पाकिस्तान, ਖਾਲਿਸਤਾਨ ਜਿੰਦਾਬਾਦ। ਜਿਵੇਂ ਜਿਵੇਂ ਪਾਕਿਸਤਾਨ ਵਾਲੇ ਕਿੱਥੇ ਤੁਸੀਂ ਨਾਰਾ ਸੁਣ ਲਿਆ ਜੀ? ਮੈਂ ਤਾਂ ਕੋਈ ਇੱਦਾਂ ਦੀ ਵੀਡੀਓ ਸਾਡੇ ਕੋਲ ਤਾਂ ਨਜ਼ਰ ਨਹੀਂ ਆਈ। ਚਲੋ ਇਹਦੇ ਨਾਲ ਮਿਲਦੀ ਜੁਲਦੀਆਂ ਹੀ ਗੱਲਾਂ ਹੋਣੀਆਂ, ਉਹ ਵੀ ਸੁਣ ਲਈਓ। ਜਿਹੜੀਆਂ ਉੱਥੇ ਫੋਟੋਆਂ ਲੱਗੀਆਂ ਸਟੇਜ ਦੇ ਉੱਤੇ, ਉਹਦੇ 'ਚ ਕਿਹੜੇ ਲੋਕ ਹੈ ਜਿਹੜੇ ਇਸ ਦੇਸ਼ ਦੇ ਵਿਰੋਧੀ ਸੀਗੇ, ਇਸ ਦੇਸ਼ ਦੇ ਵਿਰੋਧ ਕੰਮ ਕਰਦੇ ਸੀਗੇ, ਉਹਨਾਂ ਨੂੰ ਸਰਕਾਰ ਨੇ ਫੜ ਕੇ ਅੰਦਰ ਦਿੱਤਾ। ਉਹ ਕਿਹਾ ਜਾਂਦਾ ਉਹਨਾਂ ਦੀ ਜਥੇਬੰਦੀਆਂ ਵੱਲੋਂ, ਖੱਬੇ ਪੱਖੀ ਜਥੇਬੰਦੀਆਂ ਵੱਲੋਂ, ਕਿ ਉਹਨਾਂ ਨੂੰ ਵੀ ਛੱਡੋ। ਉਹਦਾ ਕਿਸਾਨ ਅੰਦੋਲਨ ਨਾਲ ਤਾਂ ਕੋਈ ਸੰਬੰਧ ਹੈ ਨਹੀਂ। ਔਰ ਕੁਛ ਬਾਅਦ ਦੇ ਵਿੱਚ ਕਿਸਾਨਾਂ ਨੇ ਫੋਟੋਆਂ ਲਾਈਆਂ ਵੀ ਹੈ, ਲੇਕਿਨ ਲੈ ਦੇ ਕੇ ਅੱਜ ਵੀ ਜਿਹੜੇ ਇਸ ਕਿਸਮ ਦੇ ਲੋਕ ਹੈ, ਜਿਹੜੇ ਇਸ ਦੇਸ਼ ਨੂੰ ਵੱਧਦਾ ਨਹੀਂ ਦੇਖਣਾ ਚਾਹੁੰਦੇ, ਸਮਰਥ ਹੁੰਦਾ ਨਹੀਂ ਦੇਖਣਾ ਚਾਹੁੰਦੇ, ਉਹਨਾਂ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇ ਜਾਂ ਨਾ ਹੋਵੇ, ਉਹਦੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਤੁਹਾਨੂੰ ਪੂਰਾ ਭਰੋਸਾ ਹੈ ਕਿ ਇਸ ਦੇ ਨਾਲ ਜਿਹੜਾ ਨਵੇਂ ਐਕਟ ਆਏ ਨੇ, 3 ਕਾਨੂੰਨ ਨੇ ਜਿਹੜੇ, ਇਹਨਾਂ ਦੇ ਨਾਲ ਜਿਹੜੀ ਹੈ ਇਨਕਮ ਡਬਲ ਹੋਣ ਵਾਲੀ ਕਿਸਾਨਾਂ ਦੀ, ਤੁਹਾਨੂੰ ਪੱਕਾ ਯਕੀਨ ਹੈ ਇਸ ਤੋਂ? ਇਹਦੇ 'ਚ ਕੋਈ ਦੋ ਰਾਏ ਨਹੀਂ। ਕਿੱਦਾਂ ਹੋਊਗੀ ਜੀ? ਮੈਨੂੰ ਨਹੀਂ ਦੇਖੋ ਕਿੱਦਾਂ ਹੋਏਗੀ, ਇਹ ਲੰਬੀਆਂ ਗੱਲਾਂ ਹੈ, ਮੇਰੀ ਗੱਲ ਸਮਝ ਲਓ। ਸਰਕਾਰ ਉਹਦੇ ਲਈ ਹਰ ਪੱਖ 'ਤੇ ਲੱਗੀ ਹੋਈ ਹੈ। ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਰਾਹੀ ਸੀ ਵੀ ਹਰ ਕਿਸਾਨ ਨੂੰ ਜਿਹਦੀ 5 ਕਿੱਲੇ ਤੋਂ ਥੋੜ੍ਹੀ ਜਗ੍ਹਾ ਹੈਗੀ ਹੈ, ਉਹਨੂੰ 6000 ਰੁਪਏ ਸਾਲਾਨਾ ਦੇਣਾ, ਉਹਦਾ ਹੀ ਇੱਕ ਹਿੱਸਾ ਹੈ। ਕੱਲ੍ਹ ਮੇਰਾ ਖਿਆਲ ਫਿਰ 18,000 ਕਰੋੜ ਰੁਪਇਆ ਕਿਸਾਨਾਂ ਦੇ ਖਾਤੇ 'ਚ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਡਿਲੀਵਰ ਕਰਨਾ ਹੈ। ਅਗਰ ਸਰਕਾਰ ਦੀ ਮਨਸ਼ਾ ਮਾੜੀ ਹੁੰਦੀ, ਖੇਤੀਬਾੜੀ ਕਾਨੂੰਨ ਤਾਂ ਇਹ ਪਹਿਲਾਂ ਪਾਸ ਹੋ ਗਏ ਸੀ, ਠੀਕ ਹੈ ਨਾ ਜੀ, ਲੇਕਿਨ ਖੇਤੀਬਾੜੀ ਕਾਨੂੰਨ ਤਾਂ ਪਹਿਲਾਂ ਪਾਸ ਹੋ ਗਏ ਸੀ, ਉਸ ਦੇ ਬਾਵਜੂਦ ਵੀ MSP 'ਤੇ ਫਸਲ ਖਰੀਦੀ ਗਈ, ਮੰਡੀਆਂ ਦੇ ਮਾਧਿਅਮ ਦੇ ਨਾਲ ਖਰੀਦੀ ਗਈ, ਉਹਦੇ 'ਚ ਕੋਈ ਗੜਬੜ ਕਿਤੇ ਰੋਕ ਟੋਕ ਨਹੀਂ ਹੋਈ। ਔਰ ਐਤਕੀ ਫਸਲ ਬੰਪਰ ਹੋਈ, ਇਹਦੇ 'ਚ ਵੀ ਦੋ ਰਾਏ ਨਹੀਂ, ਸਵਾਈ ਫਸਲ ਹੋਈ, ਡੇਢੀ ਨਹੀਂ ਹੋਈ ਤਾਂ ਸਵਾਈ ਜ਼ਰੂਰ ਹੋਈ, ਔਰ ਉਹ ਖਰੀਦੀ ਗਈ, ਤੁਰੰਤ ਚੱਕੀ ਗਈ, ਔਰ ਕਿਸਾਨਾਂ ਦੇ ਖਾਤੇ 'ਚ ਪੈਸੇ ਗਏ। ਉਹਦੇ ਇਲਾਵਾ ਪੰਜਾਬ ਦੇ ਅੰਦਰ 108 ਕਰੋੜ ਰੁਪਇਆ ਐਕਸਟਰਾ ਕਿਸਾਨਾਂ ਦੇ ਖਾਤੇ 'ਚ ਗਿਆ। ਉਹ ਕਿਹੜਾ? ਜਿਹੜੇ ਵਿਚੋਲੀਏ ਸ਼ਬਦ ਮੈਂ ਇਸਤੇਮਾਲ ਕਰਨ ਲੱਗਾ, ਜਿਹੜੇ ਵੀ ਹੈ, ਜਦ ਕਿਸਾਨ ਮੰਡੀ 'ਚ ਆਪਣੀ ਗੇਹੂੰ ਜਾਂ ਝੋਨਾ ਲਿਆਂਦਾ, ਝੋਨਾ ਉਦੋਂ ਲਿਆਂਦਾ ਸੀ, ਉਹਨੂੰ ਢਲਾਈ ਲਦਾਈ ਅਤੇ ਸਾਫ਼ ਸਫਾਈ ਦੇ ਨਾਂ 'ਤੇ 108 ਕਰੋੜ ਰੁਪਇਆ ਕੱਟ ਲੈਂਦੇ ਸੀਗੇ। ਉਹ ਐਤਕੀ ਪਹਿਲੀ ਵਾਰੀ ਕਿਸਾਨਾਂ ਦੇ ਖਾਤੇ 'ਚ ਗਿਆ। ਪਰ ਕਿਸਾਨ ਕਹਿੰਦੇ ਸਾਨੂੰ ਆੜ੍ਹਤੀਆਂ ਦੀ ਲੋੜ ਆ, ਸਾਨੂੰ ਤਾਂ ਵਧੀਆ, ਸਗੋਂ ਉਹਨਾਂ ਕੋਲ ਰੱਖਦੇ ਆ ਫਸਲ, ਉਹ ਆਪਣੀ ਝਾੜ ਸਾਰਾ ਕੁਝ ਕਰਦੇ ਆ, ਅਤੇ ਮੁੜ ਕੇ ਉਸ ਤੋਂ ਬਾਅਦ ਸਾਨੂੰ ਆਪਦੇ ਉਹਨਾਂ ਕਮਿਸ਼ਨ ਰੱਖ ਕੇ ਸਾਨੂੰ ਮਿਲ ਜਾਂਦੇ ਨੇ ਪੈਸੇ। ਨਾਲ ਦੀ ਨਾਲ MSP ਵੀ ਨਾਲ ਰਿਲੇਟਡ ਕੀਤਾ ਜਾਂਦਾ। ਚਲੋ ਤੁਹਾਨੂੰ ਉਹ ਗੱਲਾਂ ਬਾਅਦ 'ਚ ਕਰਦਾ, ਤੁਹਾਨੂੰ ਪਹਿਲਾਂ ਮੈਨੂੰ ਦੱਸੋ ਵੀ ਮੈਂ ਹਰੇਕ ਤੋਂ ਪੁੱਛਦਾ ਵਾਂ, ਤੁਸੀਂ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਬੈਠੇ ਹੋ, ਕਿ ਤੁਹਾਨੂੰ ਇਹ 3 ਬਿੱਲ ਪਤਾ ਵੀ ਕਿਹੜੇ ਨੇ ਜੀ? ਨਹੀਂ, ਇਹ ਨਾ ਲੰਬੀਆਂ ਗੱਲਾਂ, ਬਹੁਤ ਲੰਬੇ ਸਿਸਟਮ ਹੈ, ਪੜ੍ਹ ਕੇ ਸਾਰਾ ਦੱਸਾਂ ਤਾਂ ਬਹੁਤ ਟਾਈਮ ਚਾਹੀਦਾ। ਪੜ੍ਹਨ ਦੀ ਗੱਲ ਨਹੀਂ, ਤੁਸੀਂ ਮੇਰੀ ਗੱਲ ਤਾਂ ਸੁਣੋ, ਤੁਸੀਂ ਗੁੱਸਾ ਨਾ ਕਰੋ, ਮੇਰੀ ਗੱਲ ਸੁਣੋ। ਵੀ ਤੁਸੀਂ 3 ਕਾਨੂੰਨਾਂ ਦੀ ਹੱਕ ਦੇ ਵਿੱਚੋਂ, ਤਾਂ BJP ਸਾਰੇ ਹੱਕ ਵਿੱਚ ਆ, ਤੁਹਾਨੂੰ ਪਤਾ ਤਾਂ ਹੋਊਗਾ ਵੀ 3 ਕਿਹੜੇ ਕਾਨੂੰਨ ਨੇ ਇਹ? ਸੁਣ ਤਾਂ ਲਓ, ਦੇਸ਼ ਦਾ ਸੰਵਿਧਾਨ ਬਹੁਤ ਵੱਡਾ ਹੈ। ਪਹਿਲੀ ਗੱਲ ਤਾਂ ਜੇ ਤੁਸੀਂ ਮੈਨੂੰ ਬਹਿ ਕੇ ਕਹੋਗੇ ਨਾ ਵੀ ਦੇਸ਼ ਦਾ ਸੰਵਿਧਾਨ ਤੈਨੂੰ ਪਤਾ ਸਾਰਾ,
ਨਹੀਂ ਪਤਾ। ਚਲੋ ਤਾਂ ਐਲੀਫੈਂਟ ਸਾਈਜ਼ ਹੋ ਗਿਆ ਨਾ ਆਪਣਾ, ਬਹੁਤ ਵੱਡਾ ਹੋ ਗਿਆ ਉਹ। ਇਹ ਤਾਂ 3 ਕਾਨੂੰਨ ਨੇ, ਸਿਰਫ 3 ਨਾਮ ਕਹਿ ਰਿਹਾ ਮੈਂ, ਨਾਮ ਹੀ ਦੱਸ ਦਿਓ ਮੈਨੂੰ। ਇਹਦੇ ਵੀ ਕਿੰਨੇ ਪੰਨੇ ਆ, ਇਹਦੇ ਵੀ ਕਿੰਨੇ ਪੰਨੇ। ਨਾਮ ਹੀ ਦੱਸ ਦਿਓ ਮੈਨੂੰ, ਸਿਰਫ ਨੇਮ ਵੀ ਕਿਹੜਾ ਐਕਟ ਕਿਹੜਾ ਵਾ। ਨਹੀਂ ਕਰਨੀ, ਦੇਖੋ ਇਦਾਂ ਦੀਆਂ ਗੱਲਾਂ ਨਹੀਂ ਕਰਨੀ। ਇਦਾਂ ਦੀਆਂ ਗੱਲਾਂ ਤਾਂ ਜਿਹੜੇ ਤੁਸੀਂ ਲੱਖਾਂ ਬੈਠੇ ਆ ਨਾ ਉੱਥੇ, ਮੈਂ ਤਾਂ ਦੱਸ ਦੂੰਗਾ, ਲੇਕਿਨ ਜਿੱਦਾਂ ਤਾਂ ਇਦਾਂ ਦੇ ਉੱਥੇ ਲੱਖਾਂ ਬੈਠੇ ਆ, ਲੱਖਾਂ ਚੋਂ ਅਗਰ 10 ਲੱਖ ਬੰਦਾ, ਉਹਨਾਂ ਨੂੰ ਤਾਂ ਕਹਿੰਦੇ ਨੇ ਅਨਪੜ੍ਹ ਨੇ, ਬੀਜੇਪੀ ਵਾਲੇ ਹੀ ਉਹਨਾਂ ਨੂੰ ਕਹਿੰਦੇ ਨੇ ਵੀ ਅਨਪੜ੍ਹ ਨੇ, ਫਿਰ ਉਹਨਾਂ ਨੂੰ ਕੀ ਪਤਾ ਹੋਊਗਾ? ਦੱਸੋ ਪਹਿਲਾਂ ਮੈਨੂੰ ਤੁਸੀਂ, ਪਲੀਜ਼ ਮੇਰੇ ਇੱਕ ਗੱਲ ਮੰਨੋ, ਤੁਸੀਂ ਮੈਨੂੰ ਸਿਰਫ 3 ਨਾਮ ਦੱਸ ਦਿਓ ਕਿਹੜੇ ਨੇ, ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੁਸੀਂ ਮੇਰੇ ਨਾਲ ਇਸ ਬਹਿਸ 'ਚ ਨਾ ਪਾਓ। ਦੇਖੋ ਤੁਸੀਂ ਜੋ ਕੁਝ ਇਹ ਜਿਹੜੀ ਸਿਸਟਮ ਹੈ ਨਾ ਜਿਹੜੇ ਆਪਣੇ, ਇਹਦੇ ਨਾਲ ਵਾਤਾਵਰਨ ਵਿਗੜਦਾ। ਆਪਾਂ ਇਹੋ ਜਿਹੀ ਕੋਈ ਗੱਲ ਨਹੀਂ ਕਰਨੀ। ਮੈਂ ਕਹਾਂ ਵੀ ਉੱਥੇ ਇਹ ਨਹੀਂ ਹੁੰਦਾ। ਜੋ ਹੈ ਮੁਕਤਸਰ ਦੀਆਂ ਗੱਲਾਂ, ਉਹਦੇ 'ਚ ਕਿਸਾਨਾਂ ਦੀ ਮੰਗ ਜੋ ਹੈ ਉਹਦੀ ਸਾਨੂੰ ਗੱਲ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਜੋ ਮੰਗ ਹੈ, ਕਿਸਾਨਾਂ ਦਾ ਹੱਕ ਹੈ। ਔਰ ਸਰ ਮੈਂ ਇੱਕ ਹੋਰ ਗੱਲ ਕਹਿਣਾ, ਅਗਰ ਤੁਸੀਂ ਕਹਿੰਦੇ ਵਾਤਾਵਰਨ ਵਿਗੜਨਾ ਨਹੀਂ ਚਾਹੀਦਾ ਹੈਗਾ, ਚਾਹੇ ਇੱਥੇ ਦਾ ਹੋਵੇ, ਬੈਠਿਆਂ ਦਾ ਆਪਣਾ ਹੋਵੇ, ਚਾਹੇ ਕਿਤੇ ਹੋਵੇ, ਤਾਂ ਕਿਸਾਨ ਉੱਥੇ ਬੈਠੇ ਨੇ। ਐਜੀਟੇਸ਼ਨ 2 ਮਹੀਨਿਆਂ ਤੋਂ ਪਹਿਲਾਂ ਤੋਂ ਚੱਲਦਾ ਪਿਆ ਸੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਵੀ, ਠੀਕ ਆ ਜੀ। ਉਦੋਂ ਤੋਂ ਚੱਲਦਾ ਪਿਆ ਸੀ। ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ, ਮੈਂ ਪਹਿਲਾਂ ਵੀ ਤੁਹਾਡੇ ਜਿਹੜੇ ਸੀਗੇ ਬੀਜੇਪੀ ਦੇ ਜਿਹੜੇ ਆਗੂ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀ, ਉਦੋਂ ਵੀ ਇਹੀ ਗੱਲ ਪੁੱਛੀ ਸੀਗੀ ਕਿ ਪ੍ਰਧਾਨ ਮੰਤਰੀ ਸਾਡੇ ਮੱਧ ਪ੍ਰਦੇਸ਼ ਦੇ ਵਿੱਚ ਆ ਕੇ ਫਾਰਮਰਸ ਨੂੰ ਜਿਹੜਾ ਆ ਸੰਬੋਧਨ ਕੀਤਾ ਉਹਨਾਂ ਨੇ, ਕਿਸਾਨਾਂ ਨੂੰ, ਤਾਂ ਦਿੱਲੀ ਦੇ ਵਿੱਚ ਕਿਉਂ ਨਹੀਂ ਕਰ ਸਕਦੇ ਉਹ? ਕਿ ਦਿੱਲੀ ਵਿੱਚ ਜਾ ਕੇ ਉਹਨਾਂ ਡਰ ਕਿਉਂ ਲੱਗਦਾ ਪਿਆ ਵਾ? ਪ੍ਰਧਾਨ ਮੰਤਰੀ ਜੀ ਨੂੰ ਕਿਤੋਂ ਡਰ ਲੱਗਦਾ ਯਾਰ, ਮੈਨੂੰ ਤਾਂ ਨਹੀਂ ਸਮਝ ਆਈ। ਦੂਸਰੀ ਗੱਲ ਹੈ, ਇੱਕ ਵਾਤਾਵਰਨ ਬਣਦਾ ਹੁੰਦਾ ਹੈ। ਹਰ ਚੀਜ਼ ਦਾ ਗੱਲ ਦਾ ਇੱਕ ਵਾਤਾਵਰਨ ਬਣਾਉਣਾ ਪੈਂਦਾ। ਤੁਸੀਂ ਸਮਝਦਾਰ ਹੋ। ਬਣਾ ਸਕਦੇ ਪ੍ਰਧਾਨ ਮੰਤਰੀ ਆਪਣੇ ਇੰਡੀਆ ਦੇ ਪ੍ਰਧਾਨ ਮੰਤਰੀ ਨੇ, ਅਸੀਂ ਵੀ ਪ੍ਰਧਾਨ ਮੰਤਰੀ, ਮਤਲਬ ਉਹਨਾਂ ਨੂੰ ਬਣਾਉਣਾ ਚਾਹੀਦਾ ਵਾਤਾਵਰਨ। ਤਾਂ ਸੁਣ ਲਓ, ਵਾਤਾਵਰਨ ਇੱਕ ਪਾਸੇ ਬੰਦ ਹੁੰਦਾ ਕਿ ਦੋਨੋਂ ਪਾਸੇ ਬੰਦਾ ਹੁੰਦਾ? ਕਿਸਾਨ ਕਹਿੰਦੇ ਸੀ ਹਾਂ ਗੱਲ ਕਰਨ ਨੂੰ ਤਿਆਰ ਆ, ਪ੍ਰਧਾਨ ਮੰਤਰੀ ਸਾਡੇ ਨਾਲ ਗੱਲ ਕਰਨ ਤਾਂ ਸੀ ਇੱਕ ਵਾਰ। ਇਹ ਕਹਿਣ ਔਰ ਕਰਨ 'ਚ ਬੜਾ ਫਰਕ ਹੁੰਦਾ। ਇੱਕ ਸਿਗਨਲ ਭੇਜਣਾ, ਤੁਸੀਂ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ ਹੈ, ਉਹਦੇ 3 ਮੰਤਰੀ 4 ਮੰਤਰੀ ਔਨ ਡੈਪੂਟੇਸ਼ਨ ਤੁਹਾਡੇ ਨਾਲ ਹੈ, ਉਹਦੇ 'ਚ ਕੋਈ ਐਸੀ ਗੱਲ ਨਿਕਲੇ ਕਿ ਹਾਂ ਕਿਸਾਨ ਫੈਸਲਾ ਕਰਨਾ ਚਾਹੁੰਦੇ ਆ, ਕਿਸਾਨ ਕੀ ਚਾਹੁੰਦੇ ਆ, ਉਸ ਢੰਗ ਨਾਲ ਤਾਂ ਪ੍ਰਧਾਨ ਮੰਤਰੀ ਨਾਲ ਗੱਲ ਹੋ ਸਕਦੀ ਹੈ। ਔਰ ਦੂਸਰਾ, ਪ੍ਰਧਾਨ ਮੰਤਰੀ ਹਰ ਸਟੇਜ ਤੋਂ ਇਹ ਗੱਲ ਕਹਿੰਦੇ ਆ ਕਿ ਮੈਂ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ, ਲੇਕਿਨ ਕੁਝ ਲੋਕ ਐਸੇ ਹੈ ਕਿ ਉਹ ਵਾਤਾਵਰਨ ਬਣਨ ਹੀ ਨਹੀਂ ਦਿੰਦੇ। ਸਰ ਵੀ ਆਪਣੇ ਗੱਲ ਇਹੀ ਆਉਂਦੀ ਪਈ ਆ ਵੀ ਪ੍ਰਧਾਨ ਮੰਤਰੀ ਹੋਣ ਚਾਹੇ ਬੀਜੇਪੀ ਦੇ ਕੋਈ ਲੀਡਰ ਹੋਣ, ਕਿ ਕਿਸਾਨਾਂ ਨੂੰ ਵਿਸ਼ਵਾਸ ਦਿਵਾ ਹੀ ਨਹੀਂ ਸਕੇ ਇਸ ਗੱਲ ਨੂੰ ਵੀ ਹਾਂ ਵੀ, ਤਾਂ ਹੀ ਤਾਂ ਇਹ ਗੱਲ ਵੱਧਦੀ ਪਈ ਹੈ। ਇਹ ਜੇ ਵਿਸ਼ਵਾਸ ਦਿਵਾਇਆ ਹੁੰਦਾ ਤਾਂ ਉਹ ਗੱਲ ਕਰ ਲੈਂਦੇ, ਤਾਂ ਜਾ ਕੇ ਚਾਹੇ ਪ੍ਰਧਾਨ ਮੰਤਰੀ ਹੋਣ ਚਾਹੇ ਕੋਈ ਹੋਵੇ। ਪ੍ਰਧਾਨ ਮੰਤਰੀ ਵਿਸ਼ਵਾਸ ਦਿਲਾਵੇ, ਪ੍ਰਧਾਨ ਮੰਤਰੀ ਸਹਿਯੋਗ, ਕਿਸਾਨ ਸਹਿਯੋਗ ਨਿਧੀ ਦੀ ਯੋਜਨਾ ਰੱਖਦੇ ਆ ਪ੍ਰਧਾਨ ਮੰਤਰੀ ਜੀ, ਕਿਸਾਨ ਕ੍ਰੈਡਿਟ ਕਾਰਡ ਦੀ ਯੋਜਨਾ ਰੱਖਦੇ ਆ ਪ੍ਰਧਾਨ ਮੰਤਰੀ ਜੀ, ਸੌਲ ਕਾਰਡ ਦੀ ਪ੍ਰਯੋਜਨਾ ਬਣਾਉਂਦੇ ਆ ਪ੍ਰਧਾਨ ਮੰਤਰੀ ਜੀ, ਕਿਸਾਨ ਬੀਮਾ ਯੋਜਨਾ ਬਣਾਉਂਦੇ ਆ ਪ੍ਰਧਾਨ ਮੰਤਰੀ ਜੀ। ਜੇ ਉਸ ਤੋਂ ਬਾਵਜੂਦ ਵੀ ਇਸ ਪ੍ਰਧਾਨ ਮੰਤਰੀ 'ਤੇ ਯਕੀਨ ਹੈ ਨਹੀਂ ਤਾਂ ਫਿਰ ਭਾਈ ਤੁਸੀਂ ਆਪ ਹੀ ਕਿਸਾਨ ਜਿਹੜੇ ਬੈਠੇ ਨੇ ਉੱਥੇ ਦਿੱਲੀ, ਬਹੁਤ ਸਾਰੇ ਅਜਿਹੇ ਕਿਸਾਨ ਜੋ ਪੜ੍ਹੇ ਲਿਖੇ ਨੇ, ਉਹ ਪਤਾ ਕੀ ਕਹਿੰਦੇ ਪਏ ਨੇ, ਕਹਿੰਦੇ ਵੀ ਜਿਹੜੀਆਂ ਯੋਜਨਾ ਚਲਾਈਆਂ ਗਈਆਂ ਨੇ, ਇਹ ਯੋਜਨਾ ਪਹਿਲਾਂ ਵੀ ਚੱਲਦੀਆਂ ਪਈਆਂ ਸੀ, ਬਸ ਨਾਮ ਚੇਂਜ ਕਰਤੇ ਇਹਨਾਂ ਦੇ। ਤਾਂ ਸਿਰ ਇਹ ਯੋਜਨਾ ਪਹਿਲਾਂ ਵੀ ਚੱਲਦੀਆਂ, ਗੈਸ ਵੀ ਪਹਿਲਾਂ ਮਿਲਦੀ ਸੀ, ਸਬਸਿਡੀ ਵੀ ਪਹਿਲਾਂ ਮਿਲਦੀ ਪਈ ਸੀਗੀ, ਅਤੇ ਕਿਸਾਨਾਂ ਨੂੰ ਵੀ ਪਹਿਲਾਂ ਲਾਭ ਮਿਲਦਾ ਪਿਆ ਸੀ, ਵੀ ਹੁਣ ਨਾਮ ਚੇਂਜ ਕਰਤੇ। ਇਹ ਗੱਲਾਂ ਕਹਿ ਰਹੇ ਪਏ ਨੇ। 11 ਕਰੋੜ 8 ਲੱਖ ਘਰਾਂ 'ਚ ਕਿਸ ਚੁੱਲ੍ਹਾ ਸੀਗਾ ਪਹਿਲਾਂ ਫਰੀ ਗਿਆ ਗੈਸ ਸਿਲੰਡਰ? ਮੈਨੂੰ ਪਤਾ ਕਰਾਓ ਕਿੱਥੇ ਗੈਸ ਸਿਲੰਡਰ ਚੁੱਲ੍ਹਾ ਫਰੀ ਆ, ਲਿਆਓ ਇੱਕ ਵੀ ਘਰ ਜਿਹੜੇ ਬਿਲੋ ਪਾਵਰਟੀ ਲਾਈਨ ਨੂੰ ਉਹਨਾਂ ਨੇ ਦਿੱਤੇ। ਇਹ ਸਭ ਗੱਲਾਂ ਕਹਿਣ ਵਾਲੀਆਂ। ਪ੍ਰਧਾਨ ਮੰਤਰੀ ਆਯੁਸ਼ਮਾਨ ਯੋਜਨਾ, ਦੇਸ਼ ਦੇ ਅੱਧੇ ਗਰੀਬਾਂ ਨੂੰ 5 ਲੱਖ ਰੁਪਏ ਦਾ ਬੀਮਾ ਕਿਆ ਪਹਿਲਾਂ ਸੀਗਾ ਇੱਥੇ? ਇਹ ਸਭ ਗੱਲਾਂ ਬੇਕਾਰ ਹੈ, ਜੋ ਮਰਜ਼ੀ ਕੋਈ ਕਹੀ ਜਾਏ। ਪ੍ਰਧਾਨ ਮੰਤਰੀ ਨੇ ਇਸ ਦੇਸ਼ ਦੇ ਕਿਸਾਨਾਂ ਸਮੇਤ ਹਰ ਨਾਗਰਿਕ ਦਾ ਜੀਵਨ ਸਤਰ ਉੱਚਾ ਚੱਕਣ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਮਾਧਿਅਮ ਦੇ ਨਾਲ ਸਾਰੇ ਕੰਮ ਕੀਤੇ। ਇੰਨੇ ਸਾਲ 'ਚ ਆਪਾਂ ਸ਼ੌਚ ਫਰੀ ਨਹੀਂ ਕਰ ਸਕੇ ਹਿੰਦੁਸਤਾਨ। ਭੈਣਾਂ ਸਾਡੀਆਂ ਪੰਜਾਬ 'ਚ ਵੀ ਜਾਂਦੀਆਂ ਸੀ, ਜਿਹੜਾ ਸੂਬਾ ਸੀ ਕਹਿੰਦੇ ਇੱਕ ਤਰੱਕੀ ਕੀਤੇ ਹੋਏ ਸੂਬਿਆਂ 'ਚੋਂ, ਪੜ੍ਹੇ ਲਿਖੇ ਸੂਬਿਆਂ 'ਚੋਂ ਹੈ, ਠੀਕ ਹੈ, ਇੱਥੇ ਵੀ ਜਾਂਦੀਆਂ ਸੀ। ਤਾਂ ਉਹਦਾ ਵੀ ਨਾਮ ਅਸੀਂ ਬਦਲਤਾ, ਪ੍ਰਧਾਨ ਮੰਤਰੀ ਸ਼ੌਚਾਲਿਆ ਯੋਜਨਾ ਪਹਿਲਾਂ ਚੱਲਦੀ ਸੀ। ਸੋ ਉਹੀ ਕਹਿੰਦੇ ਯੋਜਨਾ, ਕਹਿੰਦੇ ਸ਼ੌਚਾਲੇ, ਚਲੋ ਮੰਨਦਾ, ਮੇਰੀ ਗੱਲ ਸੁਣੋ ਭੁਪਿੰਦਰ ਜੀ, ਮੇਰੀ ਗੱਲ ਤਾਂ ਸੁਣ ਲਓ ਪਹਿਲਾਂ, ਗੱਲ ਤਾਂ ਸੁਣ ਲਓ, ਇੱਕ ਗੱਲ ਸੁਣੋ। ਉਹ ਕਹਿੰਦੇ ਵੀ ਸ਼ੌਚਾਲੇ ਬਣਾ ਦਿੱਤੀ, ਚਲੋ ਵਧੀਆ ਗੱਲ ਹੈ, ਬਣ ਰਹੀ ਆ, ਲੋਕ ਬਾਹਰ ਜਾਂਦੇ ਸੀਗੇ, ਜਿਵੇਂ ਵੀ ਜਾਂਦੇ ਸੀਗੇ ਜੋ ਵੀ ਆਪਣਾ ਕਰਨ ਦੇ ਲਈ, ਲੇਕਿਨ ਉਹ ਕਹਿੰਦੇ ਵੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦੇ ਸੀਗੇ, ਇਹ ਵੀ ਚਲੋ ਚੱਲਦਾ ਨਾਲ ਵਧੀਆ ਚੱਲ ਰਿਹਾ, ਲੇਕਿਨ ਜੋ ਹੁਣ ਮੁੱਦਾ ਕਰੰਟਲੀ ਚੱਲਦਾ ਪਿਆ ਵਾ, ਆਪਾਂ ਉਹ 'ਤੇ ਕੰਸਨਟਰੇਟ ਕਰਦੇ ਹਾਂ ਵੀ ਇਹ ਮੁੱਦੇ ਦੇ ਉੱਤੇ ਹੁਣ ਬੀਜੇਪੀ ਸਰਕਾਰ ਆਪਣਾ ਸਟੈਂਡ ਰੱਖ ਕੇ ਬੈਠੀ ਹੈ, ਠੀਕ ਹੈ ਜੀ। ਉਹ ਕਹਿੰਦੇ ਵੀ ਕਿਸਾਨ ਜਿੱਦ ਕਰਦੇ ਪਏ ਨੇ, ਤਾਂ ਉੱਥੇ ਫਿਰ ਬੀਜੇਪੀ ਸਰਕਾਰ ਵੀ ਜਿੱਦ ਕਰ ਰਹੀ ਹੈ। ਉਹ ਕਹਿੰਦੇ ਵੀ ਸਾਡੀ ਗੱਲ ਸੁਣੋ। ਪ੍ਰਧਾਨ ਮੰਤਰੀ ਆਪਣੀ ਮਨ ਕੀ ਬਾਤ ਕਰਦੇ ਨੇ, ਤਾਂ ਮਨ ਕੀ ਬਾਤ ਦੇ ਵਿੱਚ ਉਹਨਾਂ ਨੇ ਹਮੇਸ਼ਾ ਚਾਹੇ ਕੋਈ ਮੁੱਦਾ ਹੋਵੇ ਤਾਂ ਵਿੱਚ ਉਹਨਾਂ ਨੇ ਕਿਸਾਨੀ ਮੁੱਦਾ ਲੈ ਕੇ ਉਹ ਗੱਲ ਕਹਿਣੀ ਆ ਵੀ ਇਹ ਬਹੁਤ ਵਧੀਆ ਨੇ। ਅਗਰ ਇਹ ਬਹੁਤ ਵਧੀਆ ਨੇ ਤਾਂ ਕਿਸਾਨ ਆਪਣੇ ਦਿੱਲੀ ਪਹੁੰਚੇ ਹੀ ਕਿਉਂ? ਤੁਸੀਂ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਦੇ ਕਿਸਾਨਾਂ ਨੂੰ ਆਪਣੇ ਪੱਖ ਵਿੱਚ ਲਿਆ ਕਿਉਂ ਨਹੀਂ? ਫਿਰ ਦੇਖੋ ਗੱਲ ਪਤਾ ਕੀ ਹੈ, ਮੈਂ ਫਿਰ ਕਹਿ ਰਿਹਾ, ਇਸ ਦੇਸ਼ ਦੇ ਅੰਨਦਾਤਾ ਨੂੰ ਭਰਮਾਇਆ ਜਾ ਰਿਹਾ।
ਉਹਨਾਂ ਨੂੰ ਬਰਗਲਾਇਆ ਜਾ ਰਿਹਾ, ਉਹਨਾਂ ਦੇ ਕੰਧੇ ਦਾ ਇਸਤੇਮਾਲ ਹੋ ਰਿਹਾ। ਉਹ ਗੱਲ ਕਰਨਾ ਚਾਹੁੰਦੇ ਨੇ। ਪ੍ਰਧਾਨ ਮੰਤਰੀ ਜੀ ਔਰ ਸਾਡੀ ਸਰਕਾਰ ਤਿਆਰ ਹੈ ਉਹਨਾਂ ਨਾਲ ਗੱਲ ਕਰਨ ਨੂੰ। ਔਰ ਇਹ ਕਾਨੂੰਨ ਅੱਜ ਕੋਈ ਨਵੇਂ ਨਹੀਂ ਬਣੇ, ਕਾਂਗਰਸ ਦੇ ਟਾਈਮ ਤੋਂ ਇਹ ਕਾਨੂੰਨ ਬਣ ਰਹੇ ਨੇ। ਇੱਕ ਵੀਡੀਓ ਵਾਇਰਲ ਹੈ, ਮੈਂ ਕਹੂੰਗਾ ਤਾਂ ਮੈਂ ਤੁਹਾਨੂੰ ਭੇਜ ਦੂੰਗਾ। ਅਸੀਂ ਤਾਂ ਕਹਿੰਦੇ ਹਾਂ ਕਿ ਅਸੀਂ ਮੰਡੀਆਂ ਰੱਖਣੀਆਂ, MSP ਰੱਖਾਂਗੇ। ਕਪਿਲ ਸਿੱਬਲ ਕਹਿੰਦਾ ਮੰਡੀਆਂ ਵੀ ਖਤਮ ਕਰ ਦੇਂਗੇ, MSP ਵੀ ਨਹੀਂ ਰਹੇਗੀ। ਇਹ ਸਾਰੀ ਮੇਰੇ ਕੋਲ ਵੀਡੀਓ ਹੈਗੀ, ਮੈਂ ਤੁਹਾਨੂੰ ਭੇਜ ਦੂੰਗਾ। ਜਿਹੜੀ ਕਾਂਗਰਸ ਔਰ ਲੋਕ ਅੱਜ ਇਹ ਗੱਲਾਂ ਕਰਦੇ ਆ, ਉਹਨਾਂ ਦੇ ਪਾਰਲੀਮੈਂਟ ਦੇ ਭਾਸ਼ਣ ਹੈ ਔਰ ਉਹ ਲੋਕ ਅੱਜ ਕੈਂਡਲ ਲਾਈਟ ਲੈ ਕੇ ਨਾਲ ਚੱਲਦੇ ਨੇ। ਜਵਾਬ ਦਿਓ ਉਹਨੇ ਨਾ। ਸਾਡੀ ਨੀਅਤ ਬੇਈਮਾਨ ਨਹੀਂ ਹੈ, ਨੀਅਤ ਉਹਨਾਂ ਦੀ ਬੇਈਮਾਨ ਹੈ। 20 ਸਾਲਾਂ ਤੋਂ ਜਿਹੜੇ ਕਾਨੂੰਨ ਬਣ ਰਹੇ ਸੀ, ਮਨਮੋਹਨ ਸਿੰਘ ਦੇ ਟਾਈਮ ਤੋਂ ਜਿਹੜੇ ਕਾਨੂੰਨ ਬਣ ਰਹੇ ਸੀ, ਲੇਕਿਨ ਇਸ ਦੇਸ਼ ਦੇ ਫਾਇਦੇ ਵਾਸਤੇ ਅਗਰ ਉਦੋਂ ਫਾਇਦੇਮੰਦ ਸੀਗੇ ਤਾਂ ਉਹਨਾਂ ਨੇ ਅੱਜ ਉਹ ਨੁਕਸਾਨ ਦੇ ਕਿੱਦਾਂ ਹੋ। ਉਸ ਵੇਲੇ ਬੀਜੇਪੀ ਨੇ ਵਿਰੋਧ ਕਿਉਂ ਕੀਤਾ? ਉਸ ਵੇਲੇ ਵੀਡੀਓਜ਼ ਬਹੁਤ ਸਾਰੀਆਂ YouTube ਤੇ ਪਈਆਂ ਨੇ, ਚੈਨਲਸ ਤੇ ਪਈਆਂ ਨੇ। ਉਸ ਵੇਲੇ ਜਦੋਂ ਇਹ ਗੱਲ ਕਹੀ ਗਈ ਸੀ ਕਿ ਕਾਨੂੰਨਾਂ ਨੂੰ ਬਦਲਿਆ ਜਾਵੇ, ਤਾਂ ਉਸ ਵੇਲੇ ਬੀਜੇਪੀ ਸਰਕਾਰ, ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜੇ ਨੇ, ਉਹੀ ਮੂਹਰੇ ਹੋ ਕੇ ਕਹਿ ਰਹੇ ਸੀ ਕਿ ਨਹੀਂ, ਇਹ ਹੋਣਾ ਹੀ ਨਹੀਂ ਚਾਹੀਦਾ ਹੈਗਾ, ਕਿਸਾਨਾਂ ਦੇ ਪੱਖ ਦੀ ਗੱਲ ਹੈ ਨਹੀਂ। ਤੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਸਰਕਾਰ ਬਣ ਜਾਂਦੀ, ਆਪਣੀ ਸਰਕਾਰ ਆ ਜਾਂਦੀ, ਉਦੋਂ ਇਹ ਚੰਗੇ ਲੱਗਣ ਲੱਗ ਜਾਂਦੇ ਕਾਨੂੰਨ, ਤੇ ਜਦੋਂ ਹੁੰਦੀ ਹੈ, ਜਦੋਂ ਆਪਾਂ ਐਂਟੀ ਹੁੰਦੇ ਆ, ਉਸ ਵੇਲੇ ਕਾਹਤੋਂ ਇਹ ਬੁਰੇ ਲੱਗਦੇ ਨੇ? ਗੱਲ ਇਹ ਹੈ ਵੀ ਸਰਕਾਰ ਨੇ ਉਸ ਵੇਲੇ ਵਿਰੋਧ ਕੀਤਾ, ਕਿਉਂ ਕੀਤਾ? ਹੋ ਸਕਦਾ ਉਹਦੇ 'ਚ ਕੁਛ ਐਸੀਆਂ ਗੱਲਾਂ ਹੋਣੀਆਂ ਉਹਨਾਂ ਕਾਨੂੰਨਾਂ 'ਚ ਜਿਸ ਤਰ੍ਹਾਂ ਤੁਸੀਂ ਅੱਜ ਕਰਦੇ ਹੋ ਜਾਂ ਕਿਸਾਨ ਅੱਜ ਕਰਦੇ, ਇਹਨਾਂ ਕਾਨੂੰਨਾਂ 'ਚ ਇਹ ਠੀਕ ਨਹੀਂ ਹੈ। ਹੋ ਸਕਦਾ ਉਸ ਵੇਲੇ ਕੁਛ ਐਸੀਆਂ ਗੱਲਾਂ ਹੋਣ। ਸਪੈਸ਼ਲ ਬੋਲਦੇ ਪਏ ਨੇ, ਪ੍ਰਾਈਮ ਮਿਨਿਸਟਰ ਬੋਲਦੇ ਪਏ ਨੇ ਵੀ ਇਹ ਕਾਨੂੰਨ ਲੈ ਕੇ ਹੀ ਨਹੀਂ ਆਉਣੇ। ਇਹ ਰੱਦ, ਮਤਲਬ ਉਹਨਾਂ ਨੇ ਇਹੀ ਗੱਲ ਕਹੀ ਸੀ ਵੀ ਜੇ ਆ ਗਏ ਤਾਂ ਕਿਸਾਨ ਤਾਂ ਖਤਮ ਹੈ, ਇਹ ਗੱਲ ਕਹੀ ਗਈ ਸੀ। ਜਿਹੜਾ ਬੰਦਾ ਉਸ ਵੇਲੇ ਕਹਿ ਰਿਹਾ ਸੀ ਕਿਸਾਨ ਖਤਮ ਹੈ, ਕਾਨੂੰਨ ਆ ਗਏ, ਠੀਕ ਹੈ ਨਾ ਜੀ, ਉਹਨੇ ਉਸੇ ਕਾਨੂੰਨਾਂ 'ਚ ਅਮੈਂਡਮੈਂਟ ਕਰਕੇ ਉਹੀ ਪ੍ਰਧਾਨ ਮੰਤਰੀ ਅੱਜ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦਾ ਪਿਆ, ਸੱਚੇ ਮਨ ਨਾਲ ਕਰਦਾ ਪਿਆ। ਔਰ ਇਹ ਕਿਸਾਨਾਂ ਨੂੰ ਮੰਨਣਾ ਚਾਹੀਦਾ, ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦੀ ਗੱਲ ਸੁਣਨੀ ਚਾਹੀਦੀ ਹੈ। ਜੋ ਉਹ ਚਾਹੁੰਦੇ ਆ, ਉਹਦਾ ਜਿਹੜਾ ਇੱਕ ਮੰਤਰੀ ਸਮੂਹ ਬੈਠਾ ਗੱਲ ਕਰਦਾ, ਉਹਦੇ ਨਾਲ ਐਸਾ ਵਾਤਾਵਰਨ ਬਣਾ ਕੇ ਤਾਂ ਕਿ ਪ੍ਰਧਾਨ ਮੰਤਰੀ ਜੀ ਉਸ ਗੱਲ 'ਚ ਸ਼ਾਮਲ ਹੋਣ। ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ਦਾ ਮਤਲਬ ਹੁੰਦਾ ਇੱਕ ਮਰਿਆਦਾ, ਇੱਕ ਗੱਲ ਦੀ ਐਂਡ। ਲੇਕਿਨ ਮੈਂ ਨਾ ਮਾਨੂੰ ਵਾਲਾ ਸਿਸਟਮ ਤਾਂ ਕਿਤੇ ਵੀ ਨਹੀਂ ਚੱਲਦਾ। ਜਸਵਿੰਦਰ ਜੀ, ਹੁਣ ਵਕੀਲਾ ਸਵਾਲ ਤੁਹਾਨੂੰ ਪੁੱਛਦਾ ਵਾਂ, ਤੁਹਾਨੂੰ ਬੁਰਾ ਤਾਂ ਫਿਰ ਲੱਗਣਾ ਹੀ ਆ, ਪਰ ਮੈਨੂੰ ਜ਼ਰੂਰ ਦੱਸੋ ਵੀ ਤੁਹਾਨੂੰ ਇਹ 3 ਕਾਨੂੰਨਾਂ ਦੇ ਨਾਮ ਪਤਾ ਕਿ ਨਹੀਂ ਪਤਾ? ਇਹ ਮੈਂ ਗੱਲ ਨਹੀਂ ਕਰਨੀ, ਇਹ ਕਾਰਨ ਕਿ ਤੁਸੀਂ ਮੈਨੂੰ ਜੋੜਿਆ ਉੱਥੇ 10 ਲੱਖ ਬੰਦਿਆਂ ਨਾਲ। ਦੇਖੋ ਮੈਂ ਬੜੀ ਸਾਫ਼ ਗੱਲ ਕਰਾਂ, ਤੁਸੀਂ ਮੈਨੂੰ ਉੱਥੇ ਜੋੜਿਆ 10 ਲੱਖ ਬੰਦਿਆਂ ਨਾਲ। ਮੈਂ ਨਹੀਂ ਕਿਹਾ ਵੀ 10 ਲੱਖ ਬੰਦੇ ਅਨਪੜ੍ਹ ਹੈ, ਮੈਂ ਨਹੀਂ ਮੰਨਦਾ। ਮੈਂ ਅਨਪੜ੍ਹ ਕਹਿਣਾ ਹੀ, ਮੈਂ ਇਹ ਗੱਲ ਕਹਿਣਾ ਮੈਂ ਇਹ ਗੱਲ ਕਹਿਣਾ ਵੀ ਚਲੋ ਹਾਂ ਨਹੀਂ, ਉਹਨਾਂ ਨੂੰ ਨਹੀਂ ਪਤਾ, ਚਲੋ ਮੰਨ ਲੈਂਦੇ ਆ। ਮੈਨੂੰ ਤੁਹਾਨੂੰ ਨਾਮ ਤਾਂ ਪਤਾ ਹੋਣਗੇ, ਤੁਸੀਂ ਜੇ ਉਹਨਾਂ ਦੇ ਪੱਖ ਦੇ ਵਿੱਚ ਬੋਲਦੇ ਪਏ ਹੋ, ਤੁਸੀਂ ਪੱਖ ਦੇ ਵਿੱਚ। ਭਾਈ ਸਾਹਿਬ ਗੱਲ ਪਤਾ ਕੀ ਹੈ, ਮੈਂ ਸਿਰਫ ਕਿਸਾਨਾਂ ਦੀ ਉਨੀ ਗੱਲ ਕਰੂੰਗਾ। ਇਹ ਬਹਿਸ ਦਾ ਵਿਸ਼ਾ ਹੈ। ਮੈਂ ਜੀ BJP ਦਾ ਜ਼ਿਲ੍ਹੇ ਦਾ ਪ੍ਰਧਾਨ ਹੈ। ਕਈ ਵਾਰ ਹੋ ਸਕਦਾ ਮੈਨੂੰ ਇਹ ਵੀ ਨਾ ਪਤਾ ਹੋਵੇ ਧਾਰਾ ਇਹ ਨੰਬਰ ਦਾ ਕੀ ਹੈ, ਕਿਹਦੀ ਕੀ ਹੈ, ਕੀ ਨਹੀਂ ਇਹਦਾ। ਕਨਸਟੀਟਿਊਸ਼ਨ ਹੋ ਗਿਆ। ਮੈਂ ਤਾਂ ਤੁਹਾਨੂੰ ਨਾਮ ਪੁੱਛਦਾ ਵਾਂ। ਜਦੋਂ ਮੇਰੀ ਗੱਲ ਸੁਣੋ, ਹੁਣ ਮੰਨ ਲਓ ਕੋਈ ਕਾਨੂੰਨ ਬਣ ਗਿਆ, ਮੈਂ ਉਹਦਾ ਮੰਨ ਲਓ ਜੇ ਪੱਖ ਲੈਣਾ ਹੋਊਗਾ ਤਾਂ ਮੈਨੂੰ ਪਤਾ ਹੋਊਗਾ ਵੀ ਹਾਂ ਆਹ ਚੀਜ਼ ਵਜ੍ਹਾ ਮੈਨੂੰ ਪੁੱਛ ਸਕਦਾ ਕੋਈ ਵੀ, ਤਾਂ ਮੈਨੂੰ ਨਾਮ ਪਤਾ ਹੋਣ ਵੀ ਐਸੈਂਸ਼ੀਅਲ ਕਮੋਡਿਟੀ ਐਕਟ ਕਿਹੜਾ ਵਾ, ਦੂਸਰਾ ਕਿਹੜਾ ਵਾ। ਸਾਰੇ ਤੁਸੀਂ ਆਪਣੇ ਆਪ ਬੋਲ ਰਹੇ ਹੋ, ਇਹੀ ਨਾਮ ਹੈਗੇ ਆ, ਸਮਝ ਗਏ ਕਿ ਨਹੀਂ? ਸਾਰਾ ਕੁਝ ਆਪ ਠੀਕ ਹੈ, ਸਾਰਾ ਕੁਝ। ਤੁਸੀਂ ਇਹ ਨਾ ਪੁੱਛੋ, ਤੁਸੀਂ ਇਹ ਗੱਲ ਕਰੋ ਕਿ ਕਿਸਾਨਾਂ ਦਾ ਲਾਭ ਕਿੱਦਾਂ ਹੋ ਸਕਦਾ। ਆਪਾਂ ਕਾਨੂੰਨਾਂ ਇਸ ਗੱਲ ਨੂੰ ਲੈ ਕੇ ਤੂੰ ਮੈਂ ਨਹੀਂ ਕਰਨੀ, ਤੈਨੂੰ ਪਤਾ ਕਿ ਨਹੀਂ ਪਤਾ, ਮੈਨੂੰ ਪਤਾ ਕਿ ਨਹੀਂ, ਤੇਰਾ ਨਾਮ ਰਾਮ ਲਾਲ ਚਾਂਦ, ਇਹ ਨਹੀਂ ਤੂੰ ਨਹੀਂ, ਮਤਲਬ ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ ਵੀ ਤੁਹਾਨੂੰ ਇਹ ਨਹੀਂ ਪਤਾ ਇਹਦਾ ਕੀ ਨਾਮ ਹੈ, ਕੀ ਨਾਮਾਂ 'ਚੋਂ ਕਾਨੂੰਨਾਂ ਦੇ ਤੁਸੀਂ ਕੀ ਲੈਣਾ। ਅਸੀਂ ਜੋ ਉਹ 'ਚੋਂ ਕੱਢਣਾ, ਕਿਸਾਨ ਦੇ ਲਾਭ ਲਈ ਕੱਢਣਾ, ਉਹਦੇ 'ਚ ਕੀ ਅਮੈਂਡਮੈਂਟ ਹੋ ਸਕਦੀ ਅਸੀਂ ਉਹ ਕਰਨਾ। ਅਸੀਂ ਇਸ ਗੱਲ ਨੂੰ ਨਾ ਤਾਂ ਕਿਸਾਨ ਨੂੰ ਪੁੱਛਣਾ ਚਾਹੀਦਾ ਸਾਨੂੰ ਵੀ ਕੁਝ ਪੱਤਰਕਾਰ ਉੱਤੇ ਖੜੇ ਕੇ ਪੁੱਛਦੇ, ਉਹ ਵੀ ਗਲਤ ਹੈ। ਮੈਂ ਤਾਂ ਨਹੀਂ ਗੱਲ ਮੂੰਹ ਦੇ ਮੂਹਰੇ ਕਰ ਦੇਣਾ, ਹਾਂ ਕਿਸਾਨਾਂ ਨੂੰ ਮੂੰਹ ਦੇ ਮੂਹਰੇ ਕਰ ਦੇਣਾ, ਦੱਸ ਇਹਦਾ ਮਤਲਬ ਕੀ ਹੈ। ਇਟ ਇਜ਼ ਨਾਟ ਫੇਅਰ। ਉਹ ਆਪਣੀ ਗੱਲ ਕਹਿਣ ਉੱਥੇ ਗਏ ਆ, ਉਹ ਕਾਨੂੰਨ ਪੜ੍ਹ ਕੇ ਨਹੀਂ ਗਏ ਇੱਥੋਂ, ਠੀਕ ਹੈ ਨਾ। ਉਹਨਾਂ ਨੂੰ ਤਕਲੀਫ ਹੋਈ ਹੈ ਤਾਂ ਉਹ ਗਏ ਆ, ਉਹ ਠੰਡ 'ਚ ਬੈਠੇ ਆ, ਉੱਥੇ ਗਏ ਆ। ਆਪਾਂ ਹੱਲ ਕਰਨਾ ਨਹੀਂ, ਮੈਂ ਅਗਰ ਤਕਲੀਫ ਸੀ ਤਾਂ ਗਏ ਆ। ਔਰ ਦੂਸਰੀ ਗੱਲ ਮੈਂ ਤਾਂ ਕਹਿੰਦਾ ਇਹ ਜਿਹੜਾ ਸਾਡਾ ਮੁਲਕ ਹੈ, ਜਮਹੂਰੀਅਤ ਪਸੰਦ ਮੁਲਕ ਹੈ। ਗੱਲ ਸਾਡਾ ਹਰ ਇੱਕ ਦਾ ਫਰਜ਼ ਹੈ, ਸਮਝ 'ਚ ਫਰਕ ਹੋ ਸਕਦਾ ਹੈ, ਕਿਸੇ ਵੇਲੇ ਭੁਲੇਖਾ ਲੱਗ ਸਕਦਾ ਹੈ, ਇਸ ਕਰਕੇ ਉੱਥੇ ਗਏ। ਮੈਂ ਇਹ ਕਹਿੰਦਾ ਅਗਰ ਉਹਨਾਂ ਨੂੰ ਕੋਈ ਦਿੱਕਤ ਹੈ, ਉਹਦਾ ਇੱਕ ਵਾਤਾਵਰਨ ਬਣਾਉਣਾ ਚਾਹੀਦਾ ਮੰਤਰੀ ਸਮੂਹ ਨਾਲ ਬੈਠ ਕੇ, ਤਾਂ ਕਿ ਪ੍ਰਧਾਨ ਮੰਤਰੀ ਜੀ ਉਹਦੇ 'ਚ ਬੈਠ ਕੇ ਗੱਲਾਂ ਕਰਨ। ਔਰ ਸਾਡਾ ਜਿਹੜਾ ਪ੍ਰੈਸ ਵਾਲੇ, ਅਸੀਂ ਲੋਕਤੰਤਰ ਦਾ ਪੰਜਵਾਂ ਸਤੰਭ
ਪ੍ਰੈਸ ਨੂੰ ਚੌਥਾ ਸਤੰਭ ਅਸੀਂ ਪ੍ਰੈਸ ਵਾਲਿਆਂ ਨੂੰ ਕਹਿੰਦੇ ਆ, ਇਹਨਾਂ ਨੂੰ ਵੀ ਉਹਦੇ ਸਹਾਇਕ ਹੋਣਾ ਚਾਹੀਦਾ। ਇਹਨਾਂ ਹੋਰ ਕਿਸੇ ਉਲਟੇ ਸਿੱਧੇ ਵਿਸ਼ੇ 'ਚ ਨਹੀਂ, ਤੈਨੂੰ ਇਹ ਪਤਾ ਕਿ ਨਹੀਂ ਪਤਾ, ਤੈਨੂੰ ਇਹ ਪਤਾ ਕਿ ਨਹੀਂ ਪਤਾ। ਤੁਹਾਨੂੰ ਪੱਖ ਦੇ ਵਿੱਚ ਉਹਨਾਂ ਦਾ ਪੁੱਛਣਾ ਬਣਦਾ ਹੀ ਹੈ ਨਾ। ਤੁਸੀਂ ਬੀਜੇਪੀ ਦੇ ਹੋ। ਮੈਂ ਤਾਂ ਤੁਸੀਂ ਹੱਕ ਦੇ ਵਿੱਚ ਬੋਲ, ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਕਮ ਸੇ ਕਮ। ਨਹੀਂ, ਮੈਂ ਸਿਰਫ ਇੱਕ ਪੱਖ 'ਚ ਕਿਸਾਨ ਸਾਡਾ ਅੰਨਦਾਤਾ ਹੈ, ਉਹਦਾ ਪੇਟ ਭਰਨਾ ਚਾਹੀਦਾ। ਮੇਰੀ ਮਾਂ ਹੈ, ਅਸੀਂ 5 ਭਰਾ ਭੈਣ ਸੀਗੇ, ਸਾਡਾ ਪੇਟ ਪਾਲਦੀ ਸੀ। ਕਿਸਾਨ ਸਾਡਾ ਅੰਨਦਾਤਾ, 135 ਕਰੋੜ ਲੋਕਾਂ ਦਾ ਦੇਸ਼ ਪੇਟ ਭਰਦਾ। ਇਸ ਕਰਕੇ ਉਹਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਜੋ ਸਹੀ ਸਮਾਧਾਨ ਹੈ ਉਹ ਨਿਕਲਣਾ ਚਾਹੀਦਾ। ਉਹਨਾਂ ਨੂੰ ਆਪਣੀ ਗੱਲ ਜਿਹੜੀ ਉਹ ਮਨਵਾਉਣਾ ਚਾਹੁੰਦੇ, ਉਹ ਸਹੀ ਢੰਗ ਨਾਲ ਮੰਤਰੀ ਸਮੂਹ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਔਰ ਐਸਾ ਵਾਤਾਵਰਣ ਨਿਰਮਾਣ ਕਰਨਾ ਚਾਹੀਦਾ ਕਿ ਪ੍ਰਧਾਨ ਮੰਤਰੀ ਜੀ ਉਹਨਾਂ ਦਾ ਗੱਲਾਂ ਕਰਨ। ਔਰ ਜੋ ਵੀ ਅਮੈਂਡਮੈਂਟ ਹੈ ਕੀਤੀਆਂ ਵੀ ਹੈ, SDM ਵਾਲੀ ਗੱਲ ਸੀ, ਕੋਰਟ ਚੱਕ ਕੇ ਲੈ ਗਏ, ਠੀਕ ਹੈ ਨਾ ਜੀ। ਹੋਰ ਇੱਦਾਂ ਦੀਆਂ 2-3-4 ਗੱਲਾਂ ਉਹਨਾਂ ਨੇ ਮੰਨੀਆਂ ਹੈਗੀਆਂ, ਇਹ ਨਹੀਂ ਮੰਨੀਆਂ। ਲੇਕਿਨ ਫਿਰ ਵੀ ਅਗਰ ਉਹਨਾਂ ਨੂੰ ਲੱਗਦਾ ਹੈ ਕਿਤੇ ਫਰਕ ਹੈ, ਉਹ ਚਾਹੁੰਦੇ ਆ, ਤਾਂ ਉਹ ਇੱਕ ਐਸਾ ਆਪਣਾ ਨੇਤਰਤਵ ਪ੍ਰਦਾਨ ਕਰਨ। ਇਹ ਜਿਹੜੇ ਖੱਬੇ ਪੱਖੀ ਸੱਜੇ ਪੱਖੀ ਉੱਤੇ ਉਲਟੇ ਸਿੱਧੇ ਨਾਅਰੇ ਲਾਉਂਦੇ, ਇਹਨਾਂ ਨੇ ਫਾਇਦਾ ਨਹੀਂ ਹੋਣ ਦੇਣਾ ਮਿੱਤਰਾ। ਇਹਨਾਂ ਨੇ ਕਿਸਾਨਾਂ ਨੂੰ ਕੁਛ ਨਹੀਂ ਪੱਲੇ ਪੈਣ ਦੇਣਾ। ਕਿਸਾਨ ਅਖੀਰਲਾ ਕੁਐਸਚਨ ਆ, ਕਿਸਾਨ ਇੱਕ ਗੱਲ ਕਹਿੰਦੇ ਨੇ, ਤੁਸੀਂ ਆਪਦੇ ਹਿਸਾਬ ਨਾਲ ਦੱਸ ਦਿਓ ਵੀ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ। ਕਿਸਾਨਾਂ ਦਾ ਕਹਿਣਾ ਸਾਨੂੰ ਅਮੈਂਡਮੈਂਟ ਚਾਹੀਦੀ ਨਹੀਂ, ਸਾਨੂੰ ਬਸ ਦੱਸੋ ਵੀ ਰੱਦ ਹੋਣਗੇ ਜਾਂ ਨਹੀਂ। ਬਸ ਉਹਨਾਂ ਨੇ ਲੈਟਰ ਵੀ ਲਿਖਿਆ ਸਪੈਸ਼ਲ, ਜਿਹੜਾ ਸੰਯੁਕਤ ਕਿਸਾਨ ਮੋਰਚਾ ਨੇ ਵੀ ਸਾਨੂੰ ਸਿੱਧਾ ਜਵਾਬ ਦੇਵੋ ਵੀ ਰੱਦ ਹੋਣੇ ਆ ਕਿ ਨਹੀਂ, ਡੈਟਸ ਇਟ। ਉਸ ਤੋਂ ਬਾਅਦ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕੌਣ ਬੋਲਦਾ? ਹੰਨਾਨ, ਉਹ ਕਿਸਾਨ ਹੈਗਾ। ਉਹ ਮੈਂ ਫਿਰ ਕਹਿ ਰਿਹਾ, ਕਿਸਾਨ ਕੁਝ ਹੋਰ ਚਾਹੁੰਦਾ। ਜਿਹੜੇ ਖੱਬੇ ਪੱਖੀ ਪਾਰਟੀਆਂ ਜਿਹੜੀਆਂ ਮਹਾਰਾਸ਼ਟਰ ਤੋਂ ਲਾਲ ਝੰਡੇ ਲਾ ਕਰਕੇ ਚਲਦੀਆਂ ਆਪਣੀ ਟਰਾਲੀਆਂ ਦੇ ਉੱਤੇ, ਦਾਤੀ ਛਿੱਟੇ ਵਾਲੇ, ਉਹ ਕੁਝ ਹੋਰ ਬੋਲਦੇ ਆ। ਉਹ ਕਿਸਾਨਾਂ ਦਾ ਫਾਇਦਾ ਨਹੀਂ ਹੋਣ ਦੇਣਗੇ। ਕਿਸਾਨਾਂ ਨੂੰ ਇਸ ਗੱਲ ਸਮਝਣੀ ਚਾਹੀਦੀ ਹੈ। ਉਹਨਾਂ ਦਾ ਜਿਹੜਾ ਆਪਣਾ ਅੱਛਾ ਨੇਤਰਤਵ ਹੈ, ਉਹਨਾਂ ਨੂੰ ਮੰਤਰੀਆਂ ਦੇ ਨਾਲ ਬਹਿ ਕੇ ਕਿਸਾਨਾਂ ਦੇ ਪੱਖ ਵਿੱਚ ਹਰ ਕੋਈ ਬੋਲਦਾ। ਉਹ ਕਹਿੰਦੇ ਨੇ ਚਾਹੇ ਕੋਈ ਨੋਰਮਲ ਬੰਦਾ ਹੋਵੇ, ਚਾਹੇ ਕੋਈ ਮਜ਼ਦੂਰ ਹੋਵੇ, ਚਾਹੇ ਕੋਈ ਹੋਵੇ, ਹਰ ਕੋਈ ਕਿਸਾਨਾਂ ਦੇ ਹੱਕ ਵਿੱਚ ਬੋਲ ਰਹੇ ਨੇ। ਵੀ ਮਤਲਬ ਹੁਣ ਇਹੀ ਗੱਲ ਕਹਿੰਦੇ, ਚਾਹੇ ਝੰਡੀ ਕੋਈ ਲਾਈ ਹੋਵੇ। ਅਖੀਰਲਾ ਕੁਐਸਚਨ ਹੀ ਆ ਮੇਰਾ ਇਹ, ਵੀ ਤੁਸੀਂ ਦੱਸੋ ਵੀ ਉਹ ਹੱਕ ਦੇ ਵਿੱਚ ਨਹੀਂ ਬੋਲ ਸਕਦੇ। ਇੱਕ ਦੱਸ ਕੇ ਗੱਲ ਖਤਮ ਕਰਦਾ। 2 ਤਰ੍ਹਾਂ ਦੀ ਗੱਲ ਅਸੀਂ ਕਰਦੇ ਹਾਂ। ਉਹ ਕਹਿੰਦੇ ਆ ਚਾਹੇ ਹੋ ਜੋ ਮਜਬੂਰੀ, काम की लेंगे कीमत पूरी। ਖੱਬੇ ਪੱਖੀਆਂ ਨੇ। ਸੋ ਇਹ ਸਨ ਪੁਸ਼ਪਿੰਦਰ ਸਿੱਗਲ ਜੀ। ਸੋ ਗੱਲਬਾਤ ਕੀਤੀ ਅਸੀਂ ਇਹਨਾਂ ਦੇ ਨਾਲ। ਬੀਜੇਪੀ ਦਾ ਆਪਦਾ ਸਟੈਂਡ ਹੈ। ਇਹਨਾਂ ਦਾ ਕਹਿਣਾ ਕਿ ਬੀਜੇਪੀ ਜਿਹੜੀ ਸਰਕਾਰ ਹੈ ਗੱਲਬਾਤ ਕਰਨ ਨੂੰ ਤਿਆਰ ਜ਼ਰੂਰ ਹੈ ਕਿਸਾਨਾਂ ਦੇ ਨਾਲ, ਲੇਕਿਨ ਕੀ ਇਸ ਦਾ ਸਿੱਟਾ ਨਿਕਲਣ ਵਾਲਾ ਇਹ ਵੀ ਦੇਖਣਾ ਬਣਦਾ ਹੈ, ਕਿਉਂਕਿ ਲਗਾਤਾਰ ਮੀਟਿੰਗਸ ਹੋ ਰਹੀਆਂ ਲੇਕਿਨ ਸਿੱਟਾ ਕੋਈ ਨਜ਼ਰ ਨਹੀਂ ਆ ਰਿਹਾ ਸੀ। ਸੋ ਵਧੇਰੀ ਅਪਡੇਟਸ ਸੀ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਤੁਹਾਡੇ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।